ਤੁਸੀਂ ਸੁਣ ਰਹੇ ਹੋ ਅੱਧੇ ਅਧੂਰੇ ਨਾਵਲ ਦੀ ਤੀਸਰੀ ਕਿਸ਼ਤ। ਇਹ ਨਾਵਲ ਲਿਖਿਆ ਗਿਆ ਹੈ ਭੁਪਿੰਦਰ ਸਿੰਘ ਰੈਣਾ ਵੱਲੋਂ ਤੇ ਇਸ ਨੂੰ ਆਵਾਜ਼ ਦਿੱਤੀ ਸ਼ਮਾ ਭੰਗੂ ਨੇ। ਅਫਸੋਸ ਕਰਨ ਵਾਲਿਆਂ ਵਿੱਚ ਆਲੇ ਦੁਆਲੇ ਪਿੰਡਾਂ ਦੇ ਬਹੁਤ ਮੁਸਲਮਾਨ ਵੀ ਸਨ, ਜਿਹੜੇ ਸਦੀਆਂ ਤੋਂ ਭਾਈਚਾਰਾ ਨਿਭਾ ਰਹੇ ਸਨ। ਸਰਦਾਰ ਜੀ ਦੇ ਚਲਾਣਾ ਕਰਨ ਦਾ ਉਹਨਾਂ ਨੂੰ ਵੀ ਬਹੁਤ ਦੁੱਖ ਸੀ। ਉਹਨਾਂ ਵਿੱਚ ਇੱਕ ਕਾਦਰ ਮਾਲਕ ਵੀ ਸੀ, ਜਿਹੜਾ ਗੁਰਸੇਵਕ ਦੇ ਗਲੇ ਲੱਗ ਕੇ ਭੁੱਬਾਂ ਮਾਰ ਕੇ ਉੱਚੀ ਉੱਚੀ ਰੋਇਆ ਸੀ ਤੇ ਰੋਣਾ ਬੰਦ ਹੀ ਨਹੀਂ ਸੀ ਕਰ ਰਿਹਾ। ਫਿਰ ਹੌਲੇ ਹੌਲੇ ਹਿਚਕੀਆਂ ਲੈਂਦਾ ਸ਼ਾਂਤ ਹੋ ਗਿਆ। ਉਸਨੇ ਗੁਰਸੇਵਕ ਨੂੰ ਕਸ਼ਮੀਰੀ ਬੋਲੀ ਵਿੱਚ ਹੀ ਕਿਹਾ, ਤੇਰੇ ਪਿਤਾ ਨੂੰ ਮੈਂ ਆਪਣਾ ਵੀ ਪਿਓ ਮੰਨਦਾ ਸਾਂ, ਬੜੀ ਇੱਜ਼ਤ ਕਰਦਾ ਸਾਂ, ਹਰ ਹਫ਼ਤੇ ਮਿਲਣ ਆਉਂਦਾ ਸਾਂ ਤੇਰਾ ਪਤਾ ਕਰਨ। ਤੂੰ ਮੇਰਾ ਦੁੱਧ ਭਰਾ ਹੈ, ਤੈਨੂੰ ਪਤਾ ਹੈ? ਦੁੱਧ ਭਰਾ ਉਹ ਕੀ ਹੁੰਦਾ ਹੈ? ਤੂੰ ਛੋਟੇ ਹੁੰਦਿਆਂ ਮੇਰੀ ਮਾਂ ਦੇ ਥਣਾਂ ਦਾ ਦੁੱਧ ਪੀਤਾ ਹੈ। ਗੁਰਸੇਵਕ ਹੱਕਾ ਬੱਕਾ ਹੋ ਕੇ ਉਸ ਵੱਲ ਵੇਖਣ ਲੱਗ ਗਿਆ। ਉਸ ਦੇ ਵੀਰ ਨੇ ਦੱਸਿਆ, ਹਾਂ ਗੁਰਸੇਵਕ, ਇਹ ਠੀਕ ਕਹਿ ਰਿਹਾ ਹੈ। ਜਦੋਂ ਸੰਨ 47 ਵਿੱਚ ਬਟਵਾਰਾ ਹੋਇਆ ਸੀ, ਪਾਕਿਸਤਾਨ ਨੇ ਕਬਾਇਲੀਆਂ ਨੂੰ ਇੱਥੇ ਭੇਜ ਕੇ ਹਮਲਾ ਕਰ ਦਿੱਤਾ ਸੀ। ਮੁਜ਼ੱਫਰਾਬਾਦ ਵੱਲੋਂ ਕਈ ਪਿੰਡ ਉਜਾੜ ਕੇ ਕਤਲੇ ਆਮ ਕਰਕੇ ਊੜੀ ਵੱਲੋਂ ਇੱਧਰ ਆ ਗਏ ਸਨ। ਇੱਥੇ ਵੀ ਪਿੰਡਾਂ ਦੇ ਪਿੰਡ ਉਜਾੜ ਦਿੱਤੇ, ਸਿੱਖਾਂ ਦੇ ਘਰ ਸਾੜ ਦਿੱਤੇ, ਔਰਤਾਂ ਨਾਲ ਬੇਪੱਤੀ ਕੀਤੀ, ਜਵਾਨ ਕੁੜੀਆਂ ਦੀ ਇੱਜ਼ਤ ਲੁੱਟੀ, ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਿੰਡਾਂ ਵਿੱਚ ਖਲਬਲੀ ਮਚ ਗਈ, ਲੋਕ ਘਰ-ਬਾਰ ਛੱਡ ਕੇ ਨੱਸਣ ਲੱਗ ਪਏ। ਕੋਈ ਠਿਕਾਣਾ ਨਹੀਂ ਲੱਭਾ। ਕਈ ਇੱਥੋਂ ਉੱਪਰਲੇ ਪਿੰਡ ਦੀ ਢਾਬ ਵਿੱਚ ਆ ਕੇ ਇਕੱਠੇ ਹੋਏ। ਭੁੱਖੇ ਭਾਣੇ ਤੇ ਤਿੰਨਾਂ ਕੱਪੜਿਆਂ ਵਿੱਚ ਤਨ ਢੱਕ ਕੇ ਮਰਦ ਇਸਤਰੀ ਦਰ-ਬਦਰ ਹੋ ਗਏ। ਰਾਤ ਨੂੰ ਮਰਦ ਜਾਗਦੇ ਰਹਿੰਦੇ, ਤਲਵਾਰਾਂ ਤੇ ਕੁਹਾੜੀਆਂ ਲੈ ਕੇ ਬੱਚਿਆਂ ਤੇ ਇਸਤਰੀਆਂ ਦੀ ਹਿਫਾਜ਼ਤ ਕਰਦੇ। ਸੈਂਕੜੇ ਲੋਕ ਆਪਣੇ ਪਿੰਡ ਛੱਡ ਕੇ ਇਸ ਢਾਬ ਤੇ ਕਿੰਨੇ ਹੀ ਦਿਨ ਰਹੇ, ਪਰ ਤੇਰੇ ਮਾਤਾ ਤੇ ਪਿਤਾ ਜੀ ਨੂੰ ਇਸ ਕਾਦਰ ਮਲਿਕ ਦੇ ਪਿਓ ਨੇ ਆਪਣੇ ਘਰ ਵਿੱਚ ਸ਼ਰਨ ਦਿੱਤੀ। ਇਸ ਦਾ ਪਰਿਵਾਰ 2 ਪੀੜ੍ਹੀਆਂ ਤੋਂ ਤੇਰੇ ਦਾਦਾ ਜੀ ਤੇ ਪਿਤਾ ਜੀ ਦੀ ਜ਼ਮੀਨਾਂ ਤੇ ਕੰਮ ਕਰਦਾ ਸੀ। ਤੁਹਾਡੇ ਕਾਸ਼ਤਕਾਰ ਸਨ, ਜ਼ਮੀਨਾਂ ਕਾਸ਼ਤ ਕਰਦੇ ਸਨ, ਪਰਿਵਾਰ ਦੇ ਵਫਾਦਾਰ ਸਨ ਤੇ ਕਾਦਰ ਦਾ ਪਿਓ ਗਫਾਰ ਮਾਲਿਕ ਨੇ ਨਮਕ ਦੀ ਵਫਾਦਾਰੀ ਦਾ ਫਰਜ਼ ਨਿਭਾਇਆ। ਬੜਾ ਪੱਕਾ ਤੇ ਸੱਚਾ ਮੁਸਲਮਾਨ ਸੀ। ਜਦੋਂ ਸਾਰੇ ਪਾਸੇ ਅੱਗ ਲੱਗੀ ਹੋਈ ਸੀ, ਸਾਰਾ ਕਸ਼ਮੀਰ ਸੜ ਰਿਹਾ ਸੀ, ਉਸ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਤੇ ਤੁਹਾਨੂੰ ਆਪਣੇ ਘਰ ਲੈ ਗਿਆ। ਤੂੰ ਮਸਾਂ ਹੀ 2 ਸਾਲ ਦਾ ਹੋਵੇਗਾ ਉਸ ਵਕਤ। ਉਸ ਦੇ ਆਸ ਪੜੋਸ ਵਾਲਿਆਂ ਨੇ ਬੜਾ ਇਤਰਾਜ਼ ਕੀਤਾ, ਪਰ ਗਫਾਰ ਮਲਿਕ ਨੇ ਸਾਰਿਆਂ ਨੂੰ ਖੁੱਲ੍ਹੇਆਮ ਜਵਾਬ ਦਿੱਤਾ ਕਿ ਅਗਰ ਕੋਈ ਸਰਦਾਰ ਜੀ ਨੂੰ ਹੱਥ ਲਾਏਗਾ ਤਾਂ ਮੇਰੀ ਲਾਸ਼ ਤੋਂ ਲੰਘ ਕੇ ਹੱਥ ਲਾਏਗਾ। ਫਿਰ ਉਸ ਦੇ ਆਖੇ ਲੱਗ ਕੇ ਪਿੰਡ ਵਾਲਿਆਂ ਨੇ ਪਿੰਡ ਤੋਂ 2 ਮੀਲ ਦੂਰ ਜੰਗਲ ਵਿੱਚ ਇੱਕ ਕੁਟੀਆ ਬਣਾਈ, ਤੇਰੇ ਪਿਤਾ ਜੀ ਨੂੰ ਉੱਥੇ ਲੁਕਾ ਦਿੱਤਾ। ਗਫਾਰ ਮਲਿਕ ਨੇ ਮਸੀਤ ਵਿੱਚ ਜਾ ਕੇ ਸਾਰਿਆਂ ਤੋਂ ਕਸਮ ਕਰਵਾਈ ਕਿ ਕੋਈ ਵੀ ਤੇਰੇ ਪਿਤਾ ਦੇ ਟਿਕਾਣੇ ਦਾ ਪਤਾ ਕਿਸੇ ਨੂੰ ਨਹੀਂ ਦੱਸੇਗਾ ਤੇ ਇੰਜ ਤੇਰੇ ਪਿਤਾ ਜੀ ਨੂੰ ਸੰਭਾਲ ਕੇ ਬਚਾ ਕੇ ਰੱਖਿਆ। ਤੂੰ ਤੇ ਤੇਰੇ ਬੀਜੀ ਇਹਨਾਂ ਦੇ ਘਰ ਹੀ ਰਹੇ। ਤੇਰੀ ਮਾਤਾ ਨੇ ਕਸ਼ਮੀਰੀ ਫਿਰਨ ਪਹਿਨ ਕੇ ਉਹਨਾਂ ਦੇ ਘਰ ਵਿੱਚ ਹੀ ਵਕਤ ਟਪਾਇਆ। ਤੂੰ ਵੀ ਮਾਤਾ ਕੋਲ ਹੀ ਰਿਹਾ। ਜਦੋਂ ਕਦੀ ਤੇਰੇ ਮਾਤਾ ਜੀ ਪਿਤਾ ਜੀ ਨੂੰ ਮਿਲਣਾ ਚਾਹੁੰਦੇ ਤਾਂ ਗਫਾਰ ਖਾਨ ਬੁਰਕਾ ਪਹਿਨਾ ਕੇ ਜੰਗਲ ਵਿੱਚ ਨਾਲ ਜਾਂਦਾ। ਤੂੰ ਘਰ ਹੀ ਰਹਿੰਦਾ ਤੇ ਰੋਣ ਤੇ ਗਫਾਰ ਮਾਲਿਕ ਦੀ ਪਤਨੀ ਤੈਨੂੰ ਆਪਣਾ ਦੁੱਧ ਪਿਆਉਂਦੀ। ਉਸ ਦੀ ਤੇਰੇ ਹਾਣ ਦੀ ਇੱਕ ਬੇਟੀ ਸੀ, ਉਸ ਨਾਲ ਹੀ ਦੁੱਧ ਪੀਂਦਾ। ਬਾਅਦ ਵਿੱਚ ਉਹ ਮਰ ਗਈ ਸੀ। ਇਹ ਕੈਦਰਾ ਉਦੋਂ 8-9 ਸਾਲ ਦਾ ਸੀ। ਥੋੜ੍ਹੀ ਥੋੜ੍ਹੀ ਇਸ ਨੂੰ ਸੰਭਾਲ ਹੈ ਉਦੋਂ ਦੀ। ਇਹ ਹਮੇਸ਼ਾ ਤੇਰੇ ਬਾਰੇ ਪੁੱਛਦਾ ਰਹਿੰਦਾ ਹੈ, ਤੈਨੂੰ ਆਪਣਾ ਭਰਾ ਹੀ ਸਮਝਦਾ ਹੈ। ਸਾਰੇ ਇਲਾਕੇ ਵਿੱਚ ਲੋਕਾਂ ਨੂੰ ਕਹਿੰਦਾ ਨਹੀਂ ਥੱਕਦਾ ਕਿ ਗੁਰਸੇਵਕ ਮੇਰਾ ਭਰਾ ਹੈ, ਅਸੀਂ ਇੱਕੋ ਮਾਂ ਦਾ ਦੁੱਧ ਪੀਤਾ ਹੈ। ਕੋਈ ਹਵਾਈ ਜਹਾਜ਼ ਉੱਪਰੋਂ ਲੰਘਦਾ ਹੈ ਤੇ ਕਹਿੰਦਾ ਹੈ ਕਿ ਮੇਰਾ ਭਰਾ ਇਸ ਹਵਾਈ ਜਹਾਜ਼ ਨੂੰ ਚਲਾਉਂਦਾ ਹੈ।
ਤੇ ਆਪਣੀ ਕਮੀਜ਼ ਉਤਾਰ ਕੇ ਹਿਲਾਉਂਦਾ ਰਹਿੰਦਾ ਹੈ। ਇਸ ਦਾ ਤੇਰੇ ਵਾਸਤੇ ਪਿਆਰ ਪਾਗਲਪਨ ਦੀ ਹੱਦ ਤੱਕ ਹੈ। ਪਰ ਵੀਰ ਜੀ, ਮੈਨੂੰ ਤੇ ਇਹ ਸਭ ਪਤਾ ਹੀ ਨਹੀਂ। ਹਾਂ, ਜਦੋਂ ਤੂੰ ਆਉਂਦਾ ਹੈ ਤੂੰ ਕਦੇ ਧਿਆਨ ਨਹੀਂ ਕੀਤਾ, ਇਹ ਵੀ ਕਈ ਵਾਰ ਆਉਂਦਾ ਹੈ, ਤੈਨੂੰ ਵੇਖ ਕੇ ਚਲਾ ਜਾਂਦਾ ਹੈ। ਜਦੋਂ ਤੇਰਾ ਮੈਟ੍ਰਿਕ ਦਾ ਰਿਜ਼ਲਟ ਨਿਕਲਣਾ ਸੀ, ਮੇਰੇ ਕੋਲੋਂ ਤੇਰਾ ਰੋਲ ਨੰਬਰ ਲੈ ਕੇ ਗਿਆ ਸੀ। ਉਹਨਾਂ ਦਿਨਾਂ ਵਿੱਚ ਰਿਜ਼ਲਟ ਰੇਡੀਓ ਤੋਂ ਪ੍ਰਸਾਰਣ ਹੁੰਦਾ ਸੀ। ਆਮ ਲੋਕਾਂ ਦੇ ਘਰ ਰੇਡੀਓ ਨਹੀਂ ਹੁੰਦੇ ਸਨ। ਪੰਚਾਇਤ ਦੀ ਇਮਾਰਤ ਵਿੱਚ ਰੇਡੀਓ ਸੀ ਅਤੇ ਇਹ ਆਪ ਉੱਥੇ ਮੁਲਾਜ਼ਮ ਸੀ। ਇਸ ਨੇ ਪਿੰਡ ਦੇ ਸਾਰੇ ਬੰਦੇ ਪੰਚਾਇਤ ਵਿੱਚ ਇਕੱਠੇ ਕੀਤੇ ਸਨ। ਅੰਗਰੇਜ਼ੀ ਗਿਣਤੀ ਇਸ ਨੂੰ ਆਪ ਨੂੰ ਤੇ ਆਉਂਦੀ ਨਹੀਂ ਸੀ। ਇਸ ਨੇ 2-3 ਪੜ੍ਹਾਕੂ ਮੁੰਡੇ ਵੀ ਲਿਆਂਦੇ ਸਨ ਤੇ ਉਹਨਾਂ ਨੂੰ ਤੇਰਾ ਰੋਲ ਨੰਬਰ ਦਿੱਤਾ ਹੋਇਆ ਸੀ। ਜਿਵੇਂ ਤੇਰੇ ਪਾਸ ਹੋਣ ਦਾ ਰੋਲ ਨੰਬਰ ਬੋਲਿਆ ਕਿ ਤੂੰ ਪਾਸ ਹੋ ਗਿਆ ਹੈ ਤੇ ਇਹ ਖੁਸ਼ੀ ਨਾਲ ਪਾਗਲ ਹੋ ਗਿਆ। ਸਾਰੇ ਖੁਸ਼ੀ ਨਾਲ ਨੱਚਣ ਲੱਗ ਗਏ। ਇਸ ਨੇ ਸਭ ਨੂੰ ਮਖਾਣੇ ਵੰਡੇ ਤੇ ਚਾਹ ਪਿਲਾਈ ਤੇ ਦੂਜੇ ਦਿਨ ਭੇਡੂ ਜ਼ਬਾ ਕਰਕੇ ਸਾਰੇ ਪਿੰਡ ਨੂੰ ਦਾਵਤ ਦਿੱਤੀ। ਇੰਨਾ ਪਿਆਰ ਇਹ ਤੇਰੇ ਨਾਲ ਕਰਦਾ ਹੈ। ਕਮਾਲ ਹੈ ਵੀਰ ਜੀ, ਇੰਨਾ ਕੋਈ ਕਿਸੇ ਨਾਲ ਬਿਨਾਂ ਮਤਲਬ ਦੇ ਪਿਆਰ ਕਰ ਸਕਦਾ ਹੈ? ਮੇਰੇ ਵੀਰਾ, ਜਿਹੜੇ ਲੋਕ ਪਿਆਰ ਕਰਦੇ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ। ਜਿਨ੍ਹਾਂ ਨੂੰ ਪਿਆਰ ਹੋ ਜਾਂਦਾ ਹੈ ਉਹ ਕੇਵਲ ਪਿਆਰ ਦੇ ਦੀਵਾਨੇ ਹੁੰਦੇ ਨੇ। ਉਹ ਕਿਸੇ ਮਤਲਬ ਲਈ ਪਿਆਰ ਨਹੀਂ ਕਰਦੇ। ਇਸ ਦਾ ਤੇਰੇ ਲਈ ਪਿਆਰ ਆਪਣੀ ਮਾਂ ਦੇ ਦੁੱਧ ਦਾ ਪਿਆਰ ਹੈ। ਇਸ ਦੀ ਰੂਹ ਵਿੱਚ ਵਸਿਆ ਹੈ ਤੇਰੇ ਲਈ ਪਿਆਰ। ਵੀਰ ਜੀ, ਪਤਾ ਨਹੀਂ ਕਿਵੇਂ ਮੈਨੂੰ ਲੋਕ ਰੂਹ ਤੋਂ ਪਿਆਰ ਕਰਦੇ ਹਨ। ਤੂੰ ਬਹੁਤ ਚੰਗਾ ਹੈ ਗੁਰਸੇਵਕ, ਤੇਰੇ ਵਰਗਾ ਕੋਈ ਨਹੀਂ। ਤੂੰ ਆਪਣੀ ਸੋਚ ਦੇ ਉੱਚੇ ਮਾਪਦੰਡ ਰੱਖੇ ਨੇ। ਇਹ ਗੁੜਤੀ ਤੇਰੇ ਪਿਤਾ ਜੀ ਦੀ ਹੈ। ਤੂੰ ਹੂਬਹੂ ਉਹਨਾਂ 'ਤੇ ਗਿਆ ਹੈ। ਤੇਰੇ ਵਿੱਚ ਕੋਈ ਖੋਟ ਨਹੀਂ। ਤੂੰ ਖਰਾ ਸੋਨਾ ਹੈ, ਹੀਰਾ ਹੈ। ਮੇਰੇ ਬੱਚਿਆਂ ਦਾ ਵੀ ਤੂੰ ਆਦਰਸ਼ ਹੈ। ਤੇਰੇ ਅਮਲਾਂ ਨੂੰ ਵੀ ਉਹਨਾਂ ਨੇ ਅਪਣਾਇਆ ਹੈ। ਹੁਣ ਭਾਵੇਂ ਵਿਆਹੇ ਗਏ ਹਨ, ਪਰ ਮੇਰੇ ਨਾਲੋਂ ਜ਼ਿਆਦਾ ਪਿਆਰ ਤੇਰੇ ਨਾਲ ਕਰਦੇ ਨੇ। ਕੋਈ ਇਹੋ ਜਿਹਾ ਦਿਨ ਨਹੀਂ ਹੁੰਦਾ ਜਿਸ ਦਿਨ ਤੈਨੂੰ ਯਾਦ ਨਹੀਂ ਕਰਦੇ, ਤੇਰੀ ਚਰਚਾ ਨਹੀਂ ਕਰਦੇ। ਇੰਨੇ ਨੂੰ ਭਾਬੀ ਆ ਕੇ ਕਹਿਣ ਲੱਗੀ, ਹੁਣ ਸਾਰਾ ਦਿਨ ਗੱਪਾਂ ਹੀ ਮਾਰਦੇ ਰਹੋਗੇ? ਕਿੱਥੇ ਮੌਕਾ ਮਿਲਦਾ ਹੈ ਆਪਣੇ ਭਰਾ ਨਾਲ ਗੱਲ ਕਰਨ ਦਾ? 2 ਦਿਨਾਂ ਬਾਅਦ ਇਸ ਨੇ ਚਲੇ ਜਾਣਾ ਹੈ, ਫਿਰ ਪਤਾ ਨਹੀਂ ਕਦੋਂ ਆਏਗਾ। ਇਸ ਨੂੰ ਮੈਂ ਕਾਦਰ ਦੀ ਕਹਾਣੀ ਸੁਣਾ ਰਿਹਾ ਹਾਂ। ਉਸ ਦੀਵਾਨੇ ਦੀ? ਹਾਂ। ਚੱਲ ਹੁਣ ਉੱਠੋ, ਕੱਲ ਅਖੰਡ ਪਾਠ ਰੱਖਣਾ ਹੈ, ਕੁਝ ਤਿਆਰੀ ਕਰ ਲਓ। ਠੀਕ ਹੈ, ਕਹਿ ਕੇ ਦੋਨੋਂ ਹੀ ਉੱਠ ਪਏ ਤੇ ਕੰਮ ਵਿੱਚ ਰੁੱਝ ਗਏ। ਗੁਰਸੇਵਕ ਕਿੰਨੀ ਦੇਰ ਕਾਦਰ ਬਾਰੇ ਸੋਚਦਾ ਰਿਹਾ। ਨਾ ਕੋਈ ਇੰਨੀ ਨੇੜਤਾ ਰਹੀ ਹੈ ਮੇਰੀ ਇਸ ਨਾਲ, ਨਾ ਕਦੀ ਕੋਈ ਖਾਸ ਮੁਲਾਕਾਤ ਰਹੀ ਹੈ। ਮਾਂ ਦੇ ਦੁੱਧ ਨੂੰ ਲੈ ਕੇ ਕਿੰਨਾ ਸੰਜੀਦਾ ਹੈ ਇਹ। ਵੈਸੇ ਤੇ ਗੱਲ ਠੀਕ ਹੈ, ਮੈਂ ਇਸ ਦੀ ਮਾਂ ਦਾ ਦੁੱਧ ਪੀਤਾ ਹੈ। ਮਮਤਾ ਦਾ ਇੱਕੋ ਜਿਹਾ ਅਸਰ ਤਾਂ ਸਾਡੇ ਅੰਦਰ ਮੌਜੂਦ ਹੈ। ਮੈਂ ਇਸ ਤੋਂ ਅਣਜਾਣ ਹਾਂ। ਇਸ ਨੂੰ ਤੇ ਪਤਾ ਹੈ, ਉਹ ਉਸ ਰਿਸ਼ਤੇ ਨੂੰ ਅਹਿਸਾਸ ਕਰਦਾ ਹੈ। ਮੈਂ ਵੀ ਸਮਝ ਰਿਹਾ ਹਾਂ ਕਿ ਮਾਂ ਦੀ ਮਮਤਾ, ਮਾਂ ਦਾ ਪਿਆਰ, ਮਾਂ ਦੀਆਂ ਆਂਦਰਾਂ ਦੀ ਖਿੱਚ ਕਿੰਨੀ ਤਿੱਖੀ ਹੁੰਦੀ ਹੈ। ਮੈਨੂੰ ਕਾਦਰ ਦੀਆਂ ਭਾਵਨਾਵਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਅਗਰ ਉਹ ਇਸ ਰਿਸ਼ਤੇ ਲਈ ਇੰਨਾ ਗੰਭੀਰ ਹੈ ਤਾਂ ਮੈਨੂੰ ਇਸ ਦੇ ਬਾਰੇ, ਇਸ ਦੀ ਭਰਾਵਟੀ ਬਾਰੇ ਸੋਚਣਾ ਚਾਹੀਦਾ ਹੈ। ਉਸ ਨੂੰ ਹਿੰਦੂ ਤੇ ਰੂਹ ਦੇ ਰਿਸ਼ਤੇ ਦੀ ਯਾਦ ਆ ਗਈ। ਇਹ ਰੂਹ ਤੋਂ ਜਿਹੜੇ ਪਿਆਰ ਕਰਦੇ ਹਨ ਪਾਗਲ ਹੁੰਦੇ ਹਨ, ਜਿਵੇਂ ਉਹ ਆਪ ਹੈ, ਜਿਵੇਂ ਇੰਦੂ ਹੈ ਤੇ ਕਾਦਰ ਹੈ। ਪਿਤਾ ਜੀ ਦੇ ਭੋਗ ਤੋਂ ਬਾਅਦ ਦੂਜੇ ਦਿਨ ਗੁਰਸੇਵਕ ਨੇ ਵਾਪਸ ਅੰਮ੍ਰਿਤਸਰ ਚਲੇ ਜਾਣਾ ਸੀ। ਸ਼ਾਮ ਵੇਲੇ ਫੁਰਸਤ ਨਾਲ ਉਹ ਆਪਣੇ ਭਰਾ ਕੋਲ ਬੈਠਿਆ ਤੇ ਕਿਹਾ, ਮੀਰ ਜੀ, ਕੱਲ ਸਵੇਰੇ ਅਸੀਂ ਚਲੇ ਜਾਣਾ ਹੈ। ਇਹ 10 ਦਿਨ ਤਾਂ ਮਾਤਮ ਵਿੱਚ ਹੀ ਲੰਘੇ ਹਨ, ਕੁਝ ਦਿਨ ਹੋਰ ਰੁਕ ਜਾਓ। ਹਾਂ ਵੀਰ ਜੀ, ਰੁਕ ਜਾਂਦਾ, ਪਰ ਮਜਬੂਰੀ ਵਿੱਚ 15 ਦਿਨ ਦੀ ਛੁੱਟੀ ਲੈ ਕੇ ਆਇਆ। ਉਹ ਤਾਂ ਠੀਕ ਆ, ਅੱਗੋਂ ਕੀ ਕਰਨਾ ਹੈ? ਮੈਂ ਕੀ ਕਰਨਾ? ਕਰਨਾ ਤੇ ਸਭ ਕੁਝ ਤੁਸੀਂ ਹੀ ਹੈ। ਇਹ ਜ਼ਮੀਨ, ਜਾਇਦਾਦ, ਬਾਗ ਬਗੀਚੇ
ਮਾਮਾ ਜੀ ਸਨ ਤਾਂ ਅੱਖ ਦੇ ਇਸ਼ਾਰੇ ਨਾਲ ਸਭ ਕੰਮ ਕਰਵਾ ਲੈਂਦੇ ਸਨ। ਹੁਣ ਤੁਸੀਂ ਕਰਵਾ ਲਿਆ ਕਰਨਾ। ਤੁਸੀਂ ਵੀ ਤਾਂ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਗੁਜ਼ਾਰੀ ਹੈ। ਮੇਰੀ ਜ਼ਮੀਨ ਜਾਇਦਾਦ ਵਿੱਚ ਕੋਈ ਦਿਲਚਸਪੀ ਨਹੀਂ। ਜਿਵੇਂ ਪਹਿਲੇ ਚੱਲਦਾ ਸੀ ਉਵੇਂ ਹੀ ਚਲਾਈ ਜਾਓ। ਪਹਿਲੇ ਵੀ ਹਿਸਾਬ ਕਿਤਾਬ ਤੁਸੀਂ ਹੀ ਰੱਖਦੇ ਸੀ, ਹੁਣ ਵੀ ਰੱਖੋ। ਪਹਿਲਾਂ ਹੋਰ ਗੱਲ ਸੀ, ਮਾਮਾ ਜੀ ਨਾਲ ਰਹਿੰਦੇ ਸਨ। ਕੋਈ ਗੱਲ ਨਹੀਂ, ਤੁਸੀਂ ਇਹੋ ਸਮਝੋ ਕਿ ਹੁਣ ਵੀ ਤੁਹਾਡੇ ਅੰਗ ਸੰਗ ਹਨ। ਬਾਕੀ ਸਭ ਕੁਝ ਤੁਸੀਂ ਸੰਭੋ। ਕਦੀ ਮੈਨੂੰ ਕੋਈ ਲੋੜ ਪਈ ਤਾਂ ਤੁਹਾਨੂੰ ਦੱਸ ਦਿਆਂਗਾ। ਮੇਰੇ ਵੱਲੋਂ ਤੁਹਾਡਾ ਹੀ ਸਭ ਕੁਝ ਹੈ। ਠੀਕ ਤਰ੍ਹਾਂ ਸਾਂਭ ਕੇ ਰੱਖਣਾ। ਤੇ ਵੀਰ ਨੂੰ ਸਾਰੀ ਜ਼ਿੰਮੇਵਾਰੀ ਸਪੁਰਦ ਕਰਕੇ ਦੂਜੀ ਸਵੇਰ ਗੁਰਸੇਵਕ ਅੰਮ੍ਰਿਤਸਰ ਲਈ ਵਿਦਾ ਹੋ ਗਿਆ। ਪਿਤਾ ਜੀ ਦੇ ਗੁਜ਼ਰਨ ਬਾਅਦ ਗੁਰਸੇਵਕ ਤੇ ਉਸ ਦਾ ਪਰਿਵਾਰ ਅੰਮ੍ਰਿਤਸਰ ਆ ਗਏ। ਘਰ ਦੇ ਵਾਤਾਵਰਨ ਵਿੱਚ ਕਾਫੀ ਗੰਭੀਰਤਾ ਰਹੀ। ਪਰਿਵਾਰ ਦੇ ਸਿਰ ਉੱਤੋਂ ਇੱਕ ਵੱਡੇ ਦਰਖਤ ਦੀ ਛਾਂ ਉੱਠ ਗਈ ਸੀ। ਕਈ ਚਿਰ ਮਾਤਮ ਦਾ ਮਾਹੌਲ ਰਿਹਾ। ਫਿਰ ਬੱਚੇ ਵੀ ਸਕੂਲਾਂ ਵਿੱਚ ਜਾਣ ਲੱਗ ਪਏ ਸਨ। ਗੁਰਸੇਵਕ ਦੀ ਨੌਕਰੀ ਵੀ ਕਾਫੀ ਹੋ ਚੁੱਕੀ ਸੀ। 50 ਸਾਲ ਦੀ ਉਮਰ ਵਿੱਚ ਉਹ 29 ਸਾਲ ਨੌਕਰੀ ਕਰ ਚੁੱਕਾ ਸੀ। ਇੱਕ ਵੱਡਾ ਅਫਸਰ ਬਣ ਕੇ ਸੇਵਾ ਮੁਕਤ ਹੋਣ ਵਾਲਾ ਸੀ। ਅੰਮ੍ਰਿਤਸਰ ਵਿੱਚ ਹੀ ਆਪਣਾ ਟਿਕਾਣਾ ਬਣਾ ਲਿਆ ਸੀ ਤੇ ਬਾਕੀ ਦਾ ਜੀਵਨ ਉੱਥੇ ਹੀ ਬਿਤਾਉਣਾ ਸੀ। ਬੇਟੀ ਕਾਲਜ ਜਾਣ ਲੱਗ ਪਈ ਸੀ। ਬੇਟਾ ਵੀ 15 ਸਾਲ ਦਾ ਹੋ ਗਿਆ ਸੀ। ਉਸ ਦੀ ਨਜ਼ਰ ਬੱਚਿਆਂ ਤੇ ਬਰਾਬਰ ਬਣੀ ਰਹਿੰਦੀ। ਹਰ ਹਰਕਤ ਤੇ ਨਜ਼ਰ ਬਣਾਈ ਰੱਖਦਾ। ਹਫ਼ਤੇ ਵਿੱਚ 1-2 ਵਾਰੀ ਉਹਨਾਂ ਦੇ ਨਾਲ ਬਾਹਰ ਘੁੰਮਣ ਜਾਂਦਾ, ਸੈਰ ਕਰਦਾ, ਆਪਣੀ ਸਫਲਤਾ ਦਾ ਜ਼ਿਕਰ ਕਰਦਾ, ਘਰ ਵਿੱਚ ਬਣੇ ਮਾਹੌਲ ਬਾਰੇ ਗੱਲ ਕਰਦਾ। ਕਿਵੇਂ ਉਹਨਾਂ ਦੀ ਮਾਂ ਵਹਿਮ ਭਰਮ ਤੇ ਸ਼ੱਕੀ ਸੁਭਾਅ ਦੀ ਹੈ, ਉਸ 'ਤੇ ਵੀ ਚਰਚਾ ਕਰਦਾ। ਬੱਚਿਆਂ ਨਾਲ ਉਸ ਦੀ ਬਹੁਤ ਆਤਮੀਅਤਾ ਸੀ। ਉਹ ਬੇਟੀ ਨੂੰ ਸਮਝਾਉਂਦਾ, ਆਪਣੇ ਕਿਰਦਾਰ ਨੂੰ ਉੱਚਾ ਬਣਾ ਕੇ ਰੱਖਣਾ ਚਾਹੀਦਾ ਹੈ। ਮਾਤਾ ਪਿਤਾ ਦੀ ਇੱਜ਼ਤ ਤੇ ਮਾਨ ਸਨਮਾਨ ਬਣਾ ਕੇ ਰੱਖਣਾ ਹਰ ਬੇਟੀ ਦਾ ਫਰਜ਼ ਹੈ। ਸੰਕੋਚ ਤੇ ਸੰਜਮ ਵਿੱਚ ਰਹਿਣਾ ਹਰ ਧੀ ਦਾ ਕਰਤੱਵ ਹੈ। ਅਗਰ ਕੋਈ ਬੇਟੀ ਜੀਵਨ ਵਿੱਚ ਗਲਤ ਕਦਮ ਚੁੱਕ ਲਵੇ ਤਾਂ ਜ਼ਿੰਦਗੀ ਬਰਬਾਦ ਹੋ ਸਕਦੀ ਹੈ। ਸਮਾਜ ਵਿੱਚ ਮਾਤਾ ਪਿਤਾ ਮੂੰਹ ਵਿਖਾਉਣ ਜੋਗੇ ਨਹੀਂ ਰਹਿੰਦੇ। ਬੇਟੇ, ਮਰਦ ਜ਼ਾਤ ਦੀ ਨਜ਼ਰ ਬਹੁਤ ਭੈੜੀ ਹੈ। ਲਗਭਗ ਹਰ ਮਰਦ ਦੀ ਨਜ਼ਰ ਇਸਤਰੀ ਵਾਸਤੇ ਸਾਫ਼ ਨਹੀਂ ਹੁੰਦੀ। ਉਹ ਫੁੱਲਾਂ 'ਤੇ ਮੰਡਰਾਉਣ ਵਾਲਾ ਭੌਰਾ ਹੁੰਦਾ ਹੈ। ਇੱਕ ਫਲ ਤੋਂ ਰਸ ਚੂਸ ਕੇ ਦੂਸਰੇ ਫੁੱਲ 'ਤੇ ਬਹਿਣਾ ਤੇ ਫਿਰ ਤੀਸਰੇ 'ਤੇ। ਉਸ ਦੀ ਲਾਲਸਾ ਖਤਮ ਹੀ ਨਹੀਂ ਹੁੰਦੀ, ਭਾਵੇਂ ਕਿਸੇ ਵੀ ਉਮਰ ਦਾ ਕਿਉਂ ਨਾ ਹੋਵੇ। ਸਾਹਮਣੇ ਬੈਠੀ ਤੀਵੀਂ ਨੂੰ ਨਿਹਾਰਦਾ ਰਹੇਗਾ, ਹਰ ਅੰਗ ਦੀ ਕਲਪਨਾ ਕਰਦਾ ਰਹਿੰਦਾ ਹੈ। ਆਪਣੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਤੇ ਖਿਆਲ ਪੈਦਾ ਕਰਦਾ ਰਹਿੰਦਾ ਹੈ। ਕਿਸੇ ਵੀ ਤਰ੍ਹਾਂ ਔਰਤ ਨੂੰ ਹਾਸਲ ਕਰਨ ਦੀਆਂ ਵਿਉਂਤਾਂ ਘੜਦਾ ਰਹਿੰਦਾ ਹੈ। ਬਹੁਤ ਘੱਟ ਇਹੋ ਜਿਹੇ ਮਰਦ ਹੁੰਦੇ ਹਨ ਜਿਹੜੇ ਵਫਾਦਾਰ ਨਿਕਲਦੇ ਹਨ, ਔਰਤ ਦੀ ਇੱਜ਼ਤ ਕਰਦੇ ਹਨ, ਉਸ ਨੂੰ ਆਪਣੇ ਮਨ ਵਿੱਚ ਵਸਾਉਂਦੇ ਹਨ ਤੇ ਉਸ ਨਾਲ ਪਿਆਰ ਕਰਦੇ ਹਨ ਤੇ ਨਿਭਾਉਂਦੇ ਹਨ। ਇਸ ਲਈ ਬਹੁਤ ਸੋਚ ਸਮਝ ਕੇ ਪਿਆਰ ਮੁਹੱਬਤ ਵਾਲਾ ਕਦਮ ਪੁੱਟਣਾ ਚਾਹੀਦਾ ਹੈ। ਮੈਂ ਤੈਨੂੰ ਇਸ ਲਈ ਦੱਸ ਰਿਹਾ ਹਾਂ ਮੇਰੀ ਬੱਚੀ ਕਿ ਤੂੰ ਹੁਣ ਜਵਾਨ ਹੋ ਗਈ ਹੈ। ਤੇਰੀ ਉਮਰ ਹੋ ਗਈ ਹੈ ਕਿ ਕੋਈ ਤੈਨੂੰ ਚੰਗਾ ਲੱਗਣ ਲੱਗ ਜਾਏ। ਜਵਾਨੀ ਦੀਵਾਨੀ ਹੁੰਦੀ ਹੈ ਤੇ ਦੀਵਾਨੇਪਨ ਦਾ ਹੀ ਨਾਂ ਪਾਗਲਪਨ ਹੈ ਤੇ ਪਾਗਲਪਨ ਵਿੱਚ ਕੁਝ ਵੀ ਨਹੀਂ ਸੁੱਝਦਾ। ਜਿਹੜਾ ਮਨ ਨੂੰ ਚੰਗਾ ਲੱਗਦਾ ਹੈ ਉਸ ਦੀ ਕੋਈ ਬੁਰਾਈ ਨਹੀਂ ਦਿਸਦੀ, ਬੁਰਾਈ ਵੀ ਚੰਗੀ ਲੱਗਦੀ ਹੈ। ਸੋਚ ਦੀ ਨਜ਼ਰ 'ਤੇ ਪੱਟੀ ਵੱਜ ਜਾਂਦੀ ਹੈ। ਲੜਕੀਆਂ ਗਲਤ ਫੈਸਲਾ ਕਰ ਬੈਠਦੀਆਂ ਹਨ, ਜਿਸ ਕਾਰਨ ਜੀਵਨ ਬਰਬਾਦ ਹੋ ਸਕਦਾ ਹੈ। ਹਾਂ ਡੈਡੀ ਜੀ, ਪਰ ਤੁਸੀਂ ਮੈਨੂੰ ਕਿਉਂ ਕਹਿ ਰਹੇ ਹੋ? ਬੇਟੀ ਨੇ ਪੁੱਛਿਆ। ਇਸ ਉਮਰ ਵਿੱਚ ਇੰਜ ਅਕਸਰ ਹੋ ਜਾਂਦਾ ਹੈ ਬੇਟੇ, ਇਸ ਲਈ ਤੈਨੂੰ ਸਮਝਾ ਰਿਹਾ ਹਾਂ। ਮਾਤਾ ਪਿਤਾ ਜਿਵੇਂ ਬੱਚੇ ਨੂੰ ਖਾਣਾ, ਪਹਿਨਣਾ ਤੇ ਚੱਲਣਾ ਸਿਖਾਉਂਦੇ ਹਨ, ਇਵੇਂ ਜੀਵਨ ਵਿੱਚ ਬਚਪਨ ਤੋਂ ਜਵਾਨੀ ਵਿੱਚ ਪੈਰ ਰੱਖਦਿਆਂ ਵੀ ਮਾਂ-ਬਾਪ ਦਾ ਫਰਜ਼ ਹੈ ਕਿ ਬੱਚਿਆਂ ਨੂੰ ਜੀਵਨ ਜੀਣਾ ਸਿਖਾਉਣ। ਬੁਰੇ ਭਲੇ ਦਾ ਫਰਕ ਦੱਸਣਾ, ਜ਼ਿੰਦਗੀ ਕਿਵੇਂ ਨਿਭਾਉਣੀ ਚਾਹੀਦੀ ਹੈ ਉਹ ਵੀ ਸਿਖਾਉਣਾ ਚਾਹੀਦਾ ਹੈ।
ਜਵਾਨ ਹੁੰਦਿਆਂ ਬੱਚਿਆਂ ਨੂੰ ਚੰਗੇ ਮੰਦੇ ਦੀ ਸਮਝ ਘੱਟ ਹੁੰਦੀ ਹੈ। ਅਗਰ ਬੇਟੀ ਗਲਤ ਰਸਤੇ 'ਤੇ ਚੱਲ ਪਵੇ ਤਾਂ ਖਾਨਦਾਨ ਦੀ ਬਦਨਾਮੀ ਗਿਣੀ ਜਾਂਦੀ ਹੈ। ਮਾਂ ਪਿਓ ਸਿਰ ਉੱਚਾ ਕਰਨ ਜੋਗੇ ਨਹੀਂ ਰਹਿੰਦੇ ਤੇ ਅਗਰ ਪੁੱਤਰ ਕਿਸੇ ਲੜਕੀ ਨੂੰ ਵਿਆਹ ਕੇ ਘਰ ਲਿਆਵੇ ਤਾਂ ਮਾਂ ਬਾਪ ਦੀ ਇੱਜ਼ਤ ਵੱਧ ਜਾਂਦੀ ਹੈ। ਇਹ ਇਸ ਸਮਾਜ ਦੇ ਦੋਹਰੇ ਮਾਪਦੰਡ ਹਨ। ਮੇਰਾ ਫਰਜ਼ ਹੈ ਕਿ ਮੈਂ ਤੁਹਾਨੂੰ ਦੋਹਾਂ ਨੂੰ ਤੁਹਾਡੇ ਆਉਣ ਵਾਲੇ ਭਵਿੱਖ ਦੀ ਸਮਝ ਕਰਵਾਵਾਂ। ਬਾਕੀ ਤੁਸੀਂ ਆਪਣਾ ਚੰਗਾ ਬੁਰਾ ਆਪ ਸਮਝਣਾ ਹੈ। ਡੈਡੀ ਜੀ, ਤੁਸੀਂ ਕੀ ਸੋਚਦੇ ਹੋ? ਅਸੀਂ ਕੁਝ ਇਹੋ ਜਿਹਾ ਕਰ ਸਕਦੇ ਹਾਂ ਜਿਸ ਕਾਰਨ ਤੁਹਾਡੇ ਮਾਨ ਸਨਮਾਨ ਨੂੰ ਕੋਈ ਦਾਗ ਲੱਗੇ, ਤੁਹਾਡੇ ਰੁਤਬੇ ਨੂੰ ਕੋਈ ਠੇਸ ਪੁੱਜੇ? ਮੈਂ ਇੰਜ ਤਾਂ ਕਦੀ ਕੁਝ ਸੋਚ ਵੀ ਨਹੀਂ ਸਕਦੀ। ਮੈਨੂੰ ਪਤਾ ਹੈ, ਫਿਰ ਵੀ ਬੇਟੇ ਜਵਾਨੀ ਵਿੱਚ ਕੁਝ ਸੁੱਝਦਾ ਨਹੀਂ। ਮੇਰੇ ਵੱਲੋਂ ਤੁਸੀਂ ਨਿਸ਼ਚਿੰਤ ਰਹੋ। ਅਗਰ ਕੁਝ ਇਹੋ ਜਿਹਾ ਹੋਇਆ ਵੀ ਤਾਂ ਸਭ ਤੋਂ ਪਹਿਲੇ ਮੈਂ ਤੁਹਾਨੂੰ ਆ ਕੇ ਦੱਸਾਂਗੀ। ਤੁਸੀਂ ਮੇਰੇ ਡੈਡੀ ਹੀ ਨਹੀਂ ਹੋ, ਮੇਰੇ ਸਭ ਤੋਂ ਚੰਗੇ ਦੋਸਤ ਵੀ ਹੋ। ਯੂ ਆਰ ਮਾਈ ਬੈਸਟ ਡੈਡੀ। ਤੇ ਪਿਤਾ ਨੂੰ ਗਲਵੱਕੜੀ ਪਾ ਕੇ ਚੁੰਮ ਲੈਂਦੀ ਹੈ। ਇਹੋ ਜਿਹਾ ਸੰਵਾਦ ਤੇ ਵਾਰਤਾਲਾਪ ਬੱਚਿਆਂ ਨਾਲ ਕਰਨਾ ਜ਼ਰੂਰੀ ਹੋ ਗਿਆ ਹੈ। ਅੱਜ ਕੱਲ੍ਹ ਦੇ ਸੰਦਰਭ ਵਿੱਚ ਬੱਚਿਆਂ ਨੂੰ ਚੰਗੇ ਬੁਰੇ ਦੀ ਸਮਝ ਕਰਾਉਣੀ ਜ਼ਰੂਰੀ ਹੈ। ਜਦੋਂ ਬੱਚੇ ਜਵਾਨੀ ਦੀ ਦਹਿਲੀਜ਼ 'ਤੇ ਕਦਮ ਰੱਖਦੇ ਹਨ, ਬੱਚਿਆਂ ਦੇ ਦੋਸਤ ਬਣ ਕੇ ਪੇਸ਼ ਆਉਣਾ ਲਾਜ਼ਮੀ ਹੋ ਗਿਆ ਹੈ। ਮਾਤਾ ਪਿਤਾ ਸੰਗਦੇ ਰਹਿੰਦੇ ਹਨ ਕਿ ਕਿਵੇਂ ਬੱਚਿਆਂ ਨਾਲ ਗੱਲ ਕੀਤੀ ਜਾਵੇ, ਕਿਵੇਂ ਸਮਝਾਇਆ ਜਾਵੇ। ਜਦੋਂ ਮਾਤਾ ਪਿਤਾ ਬੱਚੇ ਨੂੰ ਉਂਗਲੀ ਫੜ ਕੇ ਤੁਰਨਾ ਸਿਖਾਉਂਦੇ ਹਨ, ਖਾਣਾ ਪਹਿਨਣਾ ਸਿਖਾਉਂਦੇ ਹਨ, ਫਿਰ ਜਵਾਨੀ ਵਿੱਚ ਪੈਰ ਰੱਖਦਿਆਂ ਬੱਚੇ ਨੂੰ ਜ਼ਿੰਦਗੀ ਅੱਗੇ ਚਲਾਉਣੀ ਦੱਸਣ 'ਚ ਕੀ ਸੰਗ ਹੈ, ਕੀ ਸ਼ਰਮ ਹੈ? ਬੱਚਿਆਂ ਨਾਲ ਦੋਸਤਾਂ ਵਾਂਗੂ ਪੇਸ਼ ਆਉਣ ਵਿੱਚ ਕੀ ਹਰਜ਼ ਹੈ? ਗੁਰਸੇਵਕ ਦੀ ਬੇਟੀ ਡਾਕਟਰ ਬਣ ਗਈ ਸੀ। ਉਹ ਉਸ ਦਾ ਵਿਆਹ ਕਰਨਾ ਚਾਹੁੰਦਾ ਸੀ ਤਾਂ ਕਿ ਇਸ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਸਕੇ। ਇੱਕ ਦਿਨ ਉਸਨੇ ਬੇਟੀ ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਪੁੱਛ ਹੀ ਲਿਆ, ਬੇਟੀ, ਮੈਂ ਸੋਚਦਾ ਹਾਂ ਤੇਰੇ ਹੱਥ ਪੀਲੇ ਕਰ ਦਿੱਤੇ ਜਾਣ। ਤੂੰ ਡਾਕਟਰ ਬਣ ਗਈ ਹੈ, ਆਪਣੇ ਪੈਰਾਂ 'ਤੇ ਖਲੋ ਸਕਦੀ ਹੈ। ਜਿਵੇਂ ਤੁਹਾਡੀ ਮਰਜ਼ੀ ਡੈਡੀ। ਤੂੰ ਦੱਸ, ਕੋਈ ਲੜਕਾ ਤੇਰੀ ਪਸੰਦ ਦਾ ਹੋਵੇ? ਮੇਰੀ ਕੋਈ ਪਸੰਦ ਨਹੀਂ। ਮੈਂ ਤੁਹਾਡੇ ਸ਼ਬਦਾਂ ਨੂੰ ਆਪਣੀ ਸੋਚ ਤੋਂ ਵੱਖ ਨਹੀਂ ਕੀਤਾ। ਮੈਂ ਉਵੇਂ ਹੀ ਚੱਲੀ ਹਾਂ ਜਿਵੇਂ ਤੁਸੀਂ ਦੱਸਿਆ ਸੀ। ਤੁਸੀਂ ਜਿੱਥੇ ਕਹੋਗੇ, ਜਿਹੜਾ ਵੀ ਵਾਰ ਮੇਰੇ ਲਈ ਲੱਭੋਗੇ, ਮੈਂ ਉਸ ਨਾਲ ਹੀ ਵਿਆਹ ਕਰ ਲਵਾਂਗੀ। ਮੈਂ ਜਾਣਦੀ ਹਾਂ ਤੁਸੀਂ ਮੇਰੇ ਲਈ ਕੋਈ ਬਹੁਤ ਚੰਗਾ ਤੇ ਹੋਣਹਾਰ ਪਤੀ ਲੱਭੋਗੇ। ਮੈਂ ਤੁਹਾਡੀ ਪਿਆਰੀ ਬੇਟੀ ਹਾਂ। ਹਾਂ ਬੇਟੇ, ਆਪਣੇ ਬੱਚਿਆਂ ਵਾਸਤੇ ਪਿਤਾ ਵਧੀਆ ਕਰਨਾ ਚਾਹੁੰਦਾ ਹੈ। ਹਾਂ ਡੈਡੀ ਜੀ, ਭਾਵੇਂ ਮੈਂ ਡਾਕਟਰ ਬਣ ਗਈ ਹਾਂ ਜਾਂ ਹੋਰ ਵੀ ਕੁਝ ਬਣ ਜਾਵਾਂ, ਮੈਂ ਤੁਹਾਡੇ ਦਿੱਤੇ ਹੋਏ ਸੰਸਕਾਰ ਕਦੀ ਨਹੀਂ ਭੁੱਲਾਂਗੀ। ਮੈਨੂੰ ਇਹੋ ਹੀ ਆਸ ਹੈ। ਸਮਾਜ ਵਿੱਚ ਜੋ ਇੱਕ ਆਦਰਸ਼ ਇਸਤਰੀ ਦਾ ਕਰਤੱਵ ਹੈ, ਉਹੀ ਨਿਭਾਵਾਂਗੀ। ਆਪਣੇ ਪਤੀ ਨੂੰ, ਉਸ ਦੇ ਪਰਿਵਾਰ ਨੂੰ ਉਹ ਸਭ ਆਦਰ ਤੇ ਸਤਿਕਾਰ ਦਿਆਂਗੀ ਜੋ ਤੁਹਾਨੂੰ ਦਿੰਦੀ ਹਾਂ। ਤੁਹਾਡੇ ਨਾਂ ਤੇ ਇੱਜ਼ਤ ਦਾ ਸਦਾ ਖਿਆਲ ਰੱਖਾਂਗੀ। ਮੇਰੇ ਸਹੁਰੇ ਘਰ ਦੇ ਵੀ ਆਸ਼ ਕਰਨਗੇ ਕਿ ਮੈਂ ਕਿਸ ਪਰਿਵਾਰ ਤੋਂ, ਕਿਸ ਬਾਪ ਦੀ ਬੇਟੀ ਹਾਂ। ਮੈਂ ਜਾਣਦਾ ਹਾਂ ਬੇਟੇ, ਮੈਨੂੰ ਤੇਰੇ ਤੇ ਮਾਣ ਹੈ, ਭਰੋਸਾ ਹੈ। ਮੈਂ ਤੁਹਾਡੇ ਭਰੋਸੇ ਨੂੰ ਕਦੀ ਟੁੱਟਣ ਨਹੀਂ ਦਿਆਂਗੀ। ਉਸ ਰਜਨੀ ਵਾਂਗ ਕਰਤੱਵ ਨਿਭਾਵਾਂਗੀ ਜਿਸ ਰਾਜੇ ਨੇ ਆਪਣੀ ਧੀ ਦਾ ਕਿਸੇ ਕੋੜੀ ਨਾਲ ਵਿਆਹ ਕਰ ਦਿੱਤਾ ਸੀ। ਤੁਸੀਂ ਮੇਰੇ ਵੱਲੋਂ ਬੇਫਿਕਰ ਰਹਿਣਾ। ਮੈਨੂੰ ਮਾਣ ਹੈ ਕਿ ਮੈਂ ਤੁਹਾਡੀ ਬੇਟੀ ਹਾਂ ਤੇ ਦਾਦੂ ਵਰਗੇ ਮਹਾਨ ਪੁਰਸ਼ ਦੀ ਪੋਤੀ ਹਾਂ। ਤੁਸੀਂ ਜਿੱਥੇ ਚਾਹੋ ਮੇਰਾ ਵਿਆਹ ਕਰ ਸਕਦੇ ਹੋ। ਗੁਰਸੇਵਕ ਨੇ ਘੁੱਟ ਕੇ ਬੇਟੀ ਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ, ਉਸ ਦਾ ਮੱਥਾ ਚੁੰਮਿਆ ਤੇ ਭਾਵੁਕ ਹੋ ਗਿਆ। ਗੁਰਸੇਵਕ ਦੀਆਂ ਅੱਖਾਂ ਪਿਆਰ ਤੇ ਮਮਤਾ ਨਾਲ ਭਰ ਆਈਆਂ। 1-2 ਮਹੀਨਿਆਂ ਵਿੱਚ ਹੀ ਆਪਣੇ ਹੀ ਕਿਸੇ ਮਿੱਤਰ ਦੇ ਬੇਟੇ ਨਾਲ ਬੇਟੀ ਦਾ ਵਿਆਹ ਕਰ ਦਿੱਤਾ। ਲੜਕਾ ਵੀ ਡਾਕਟਰ ਸੀ। ਪਰੰਪਰਾ ਅਨੁਸਾਰ ਆਪਣੀ ਲਾਡਲੀ ਧੀ ਦਾ ਡੋਲਾ ਤੋਰ ਦਿੱਤਾ। ਗੁਰਸੇਵਕ ਦੇ ਘਰ ਦਾ ਵਾਤਾਵਰਨ ਨਹੀਂ ਸੁਧਰਿਆ। ਬੇਟੀ ਦੇ ਵਿਆਹ ਦੇ ਬਾਵਜੂਦ ਵੀ ਆਨੰਦੀ ਦੇ ਸੁਭਾਅ ਵਿੱਚ ਕੋਈ ਤਬਦੀਲੀ ਨਹੀਂ ਆਈ ਸੀ। ਉਹ ਉਂਝ ਹੀ ਤਾਨੇ ਮੇਣੇ ਮਾਰਦੀ ਰਹਿੰਦੀ।
ਗੁਰਸੇਵਕ ਤਿਆਰ ਹੋ ਕੇ ਘਰੋਂ ਬਾਹਰ ਜਾਣ ਲੱਗਦਾ ਤੇ ਉਹ ਜ਼ਰੂਰ ਪੁੱਛਦੀ, ਅੱਜ ਬਣ ਠਣ ਕੇ ਕਿਸ ਨੂੰ ਮਿਲਣ ਜਾ ਰਹੇ ਹੋ? ਗੁਰਸੇਵਕ ਕੋਈ ਉੱਤਰ ਨਹੀਂ ਦਿੰਦਾ। ਮੇਰੇ ਨਾਲ ਜਾਣਾ ਹੁੰਦਾ ਹੈ ਤਾਂ ਕੁਝ ਵੀ ਪਾ ਲੈਂਦੇ ਹੋ, ਕਿਸੇ ਹੋਰ ਨੂੰ ਮਿਲਣ ਜਾਣਾ ਹੋਵੇ ਤਾਂ ਮੈਚਿੰਗ ਕੱਪੜੇ ਪਾ ਕੇ ਨਿਕਲਦੇ ਹੋ। ਆਨੰਦੀ, ਮੈਂ ਇੱਕ ਆਫਿਸਰ ਰਿਹਾ ਹਾਂ, ਕਿਸੇ ਨਾ ਕਿਸੇ ਰਸੂਖ ਤੇ ਪਦਵੀ ਵਾਲੇ ਬੰਦੇ ਨੂੰ ਮਿਲਣਾ ਹੁੰਦਾ ਹੈ, ਢੰਗ ਦੇ ਕੱਪੜੇ ਤੇ ਪਾਵਾਂਗਾ ਹੀ ਨਾ। ਠੀਕ ਹੈ, ਜੋ ਕਰਨਾ ਹੈ ਕਰੋ। ਫਿਰ ਕਦੀ ਕਿਸੇ ਖਾਣ ਪੀਣ ਦੀ ਚੀਜ਼ ਦੇ ਬਣਨ ਵਿੱਚ ਨੁਕਸ ਰਹਿ ਜਾਂਦਾ ਤਾਂ ਉਹ ਕਹਿ ਦਿੰਦਾ, ਅੱਜ ਮਨ ਨਾਲ ਸਬਜ਼ੀ ਨਹੀਂ ਬਣਾਈ ਹੈ, ਕਿਸੇ ਹੋਰ ਨੂੰ ਲੈ ਆਓ ਜਿਹੜੀ ਤੁਹਾਨੂੰ ਪਕਵਾਨ ਬਣਾ ਕੇ ਖਵਾਏਗੀ। ਤਪਾਕ ਕਰਕੇ ਜਵਾਬ ਦਿੰਦੀ। ਕੋਈ ਵੀ ਗੱਲ ਹੁੰਦੀ, ਗੁਰਸੇਵਕ ਕੋਈ ਵੀ ਸਲਾਹ ਕਰਦਾ, ਆਨੰਦੀ ਖਿੱਚ ਕੇ ਜਵਾਬ ਦਿੰਦੀ। ਹਮੇਸ਼ਾ ਵੱਢਣ ਨੂੰ ਪੈਂਦੀ। ਮਰਦ ਕਿੰਨਾ ਸਹੇਗਾ, ਕਿੰਨਾ ਬਰਦਾਸ਼ਤ ਕਰੇਗਾ। ਗੁਰਸੇਵਕ ਵੀ ਪੱਕ ਗਿਆ ਸੀ। ਕੋਈ ਗੱਲ ਕਰਨ ਤੋਂ ਗੁਰੇਜ਼ ਕਰਦਾ, ਬੀਵੀ ਨਾਲ ਸਲਾਹ ਮਸ਼ਵਰਾ ਵੀ ਨਾ ਕਰਦਾ, ਚੁੱਪ ਹੀ ਰਹਿੰਦਾ। ਕੁਝ ਕਿਤਾਬਾਂ ਪੜ੍ਹਦਾ ਰਹਿੰਦਾ ਜਾਂ ਟੀਵੀ ਲਾ ਕੇ ਬੈਠਾ ਰਹਿੰਦਾ। ਹੁਣ ਮੋਬਾਈਲ ਫੋਨ ਵੀ ਚਾਲੂ ਹੋ ਗਏ ਸਨ, ਇੰਟਰਨੈਟ 'ਤੇ ਲੱਗਾ ਰਹਿੰਦਾ। ਇਸ 'ਤੇ ਵੀ ਆਨੰਦੀ ਗੁੱਸਾ ਕਰਦੀ ਤੇ ਕਹਿੰਦੀ, ਇੱਕ ਹੋਰ ਸੌਂਕਣ ਲੈ ਆਇਓ ਮੇਰੇ ਲਈ, ਸਾਰਾ ਦਿਨ ਇਸੇ ਵਿੱਚ ਲੱਗੇ ਰਹਿੰਦੇ ਹੋ, ਪਤਾ ਨਹੀਂ ਕੀ ਹੈ ਇਸ ਵਿੱਚ, ਕਿਤਾਬਾਂ ਵਿੱਚ ਹੀ ਵੜੇ ਰਹਿੰਦੇ ਹੋ ਜਾਂ ਟੀਵੀ ਵੇਖਦੇ ਰਹਿੰਦੇ ਹੋ, ਪਤਾ ਨਹੀਂ ਕਿਹੜੀਆਂ ਕੰਜਰੀਆਂ ਨੂੰ ਮੈਸੇਜ ਕਰਦੇ ਰਹਿੰਦੇ ਹੋ। ਉਹ ਟੀਵੀ ਬੰਦ ਕਰ ਦਿੰਦਾ ਪਰ ਉਸ ਨੂੰ ਕੋਈ ਉੱਤਰ ਨਹੀਂ ਦਿੰਦਾ। ਉਹ ਜਾਣਦਾ ਸੀ ਕੋਈ ਵੀ ਗੱਲ ਕਰਾਂਗਾ ਉਹ ਹੋਰ ਖਿੱਚ ਜਾਵੇਗੀ ਤੇ ਘਰ ਵਿੱਚ ਫਿਰ ਬਵਾਲ ਖੜਾ ਕਰੇਗੀ। ਆਪਣੇ ਘਰ ਦੇ ਇਸ ਮਾਹੌਲ ਤੋਂ ਅਤੇ ਆਨੰਦੀ ਦੀ ਹਰ ਗੱਲ ਦੀ ਕਿਚ-ਕਿਚ ਤੋਂ ਗੁਰਸੇਵਕ ਤੰਗ ਆ ਗਿਆ ਸੀ। ਕਈ ਵਾਰੀ ਆਪਣੀ ਤਕਦੀਰ 'ਤੇ ਖਿੱਝਦਾ, ਆਪਣੇ ਆਪ 'ਤੇ ਗੁੱਸਾ ਕਰਦਾ, ਆਪਣੇ ਪਿਤਾ ਜੀ ਨੂੰ ਕੋਸਦਾ, ਕਿੱਥੇ ਫਸਾ ਦਿੱਤਾ ਹੈ ਪਿਤਾ ਜੀ, ਤੁਹਾਨੂੰ ਇਸ ਤੋਂ ਸਿਵਾ ਕੋਈ ਹੋਰ ਨਹੀਂ ਸੀ ਲੱਭੀ। ਇਹੋ ਜਿਹੀ ਤੀਵੀਂ ਨਾਲ ਰਹਿਣਾ ਕਿੰਨਾ ਕਠਿਨ ਆ। 30 ਸਾਲ ਦੀ ਵਿਆਹੁਤਾ ਜ਼ਿੰਦਗੀ ਵਿੱਚ ਇਹ ਕੁਝ ਨਹੀਂ ਸਮਝੀ, ਸਾਰੀ ਉਮਰ ਹੋ ਗਈ ਹੈ ਨਰਕ ਵਿੱਚ ਰਹਿੰਦਿਆਂ। ਹੇ ਵਾਹਿਗੁਰੂ, ਇਸ ਨੂੰ ਦੁਨੀਆ ਤੋਂ ਚੁੱਕ ਲੈ ਜਾਂ ਮੈਨੂੰ ਮੌਤ ਦੇ ਦੇ। 24 ਘੰਟੇ ਦਾ ਇਹ ਰੋਣਾ ਪਿੱਟਣਾ ਹੁਣ ਸਿਆ ਨਹੀਂ ਜਾਂਦਾ। ਉਸਨੇ ਸੋਚ ਲਿਆ ਸੀ ਕਿ ਉਹ ਆਨੰਦੀ ਨਾਲ ਦੋ ਟੁਕ ਗੱਲ ਕਰੇਗਾ, ਉਸ ਨੂੰ ਸਮਝਾਵੇਗਾ। ਅਗਰ ਸਮਝ ਗਈ ਤਾਂ ਠੀਕ ਹੈ, ਨਹੀਂ ਤਾਂ ਉਹ ਘਰ ਛੱਡ ਕੇ ਕਿਤੇ ਹੋਰ ਵਸਣ ਚਲਾ ਜਾਏਗਾ। ਫਿਰ ਇੱਕ ਦਿਨ ਆਨੰਦੀ ਨੂੰ ਆਪਣੇ ਕੋਲ ਬਿਠਾ ਕੇ ਬੜੇ ਪਿਆਰ ਨਾਲ ਪੁੱਛਿਆ, ਆਨੰਦੀ, ਜੋ ਤੂੰ ਸਾਰੀ ਉਮਰ ਕੀਤਾ ਹੈ, ਬਾਕੀ ਦੀ ਉਮਰ ਵੀ ਇਸ ਤਰ੍ਹਾਂ ਹੀ ਰਵੇਂ? ਕਿਸ ਤਰ੍ਹਾਂ? ਘਰ ਵਿੱਚ 24 ਘੰਟੇ ਫਸਾਦ ਪਾ ਕੇ ਰੱਖਣਾ, ਹਰ ਗੱਲ ਤੇ ਟੋਕਣਾ, ਸ਼ੱਕ ਕਰਨਾ, ਇਹ ਸਭ ਕੁਝ ਤੈਨੂੰ ਚੰਗਾ ਲੱਗਦਾ ਹੈ? ਘਰ ਨੂੰ ਤੂੰ ਨਰਕ ਬਣਾ ਕੇ ਰੱਖਿਆ ਹੋਇਆ ਹੈ ਕਿ ਬਾਕੀ ਬਚੀ ਖੁਚੀ ਜ਼ਿੰਦਗੀ ਇਵੇਂ ਹੀ ਬੀਤੇਗੀ। ਆਪਣੀਆਂ ਆਦਤਾਂ ਸੁਧਾਰ ਲਓ। ਆਨੰਦੀ ਉਲਟਾ ਬੋਲੀ, ਮੇਰੀ ਕਿਹੜੀ ਆਦਤ ਤੈਨੂੰ ਬੁਰੀ ਲੱਗਦੀ ਹੈ? ਸਾਰੀਆਂ ਹੀ। ਸਾਰੀਆਂ ਕਿਹੜੀਆਂ? ਦੂਜੀਆਂ ਔਰਤਾਂ ਨਾਲ ਤੁਹਾਡੇ ਸੰਬੰਧ। ਕਿਹੜੀਆਂ ਔਰਤਾਂ ਨਾਲ? ਤੁਸੀਂ ਆਪ ਜਾਣਦੇ ਹੋ। ਕਿਸੇ ਦਾ ਨਾਂ ਤੇ ਦੱਸ। ਕਿਸ ਕਿਸ ਦਾ ਨਾਂ ਦੱਸਾਂ? ਇਹ ਤੇਰੀ ਗਲਤਫਹਿਮੀ ਹੈ। ਮੇਰਾ ਕਿਸੇ ਵੀ ਔਰਤ ਨਾਲ ਕੋਈ ਸੰਬੰਧ ਨਹੀਂ ਹੈ। ਮੇਰਾ ਸੰਬੰਧ ਕੇਵਲ ਤੇਰੇ ਨਾਲ ਹੈ। ਤੂੰ ਮੇਰੀ ਪਤਨੀ ਹੈ। ਬਸ ਤੇਰੇ ਸਿਵਾ ਮੇਰੇ ਜੀਵਨ ਵਿੱਚ ਹੋਰ ਕੋਈ ਨਹੀਂ ਹੈ। ਪਤਨੀ ਤੇ ਘਰ ਵਿੱਚ ਹੈ। ਮੈਂ ਉਹਨਾਂ ਦੀ ਗੱਲ ਕਰਦੀ ਹਾਂ ਜਿਹੜੀਆਂ ਬਾਹਰ ਰੱਖੀਆਂ ਹੋਈਆਂ ਨੇ, ਜਿਨ੍ਹਾਂ ਨੂੰ ਰੋਜ਼ ਮਿਲਣ ਜਾਂਦੇ ਹੋ। ਤੇਰਾ ਦਿਮਾਗ ਖਰਾਬ ਹੋ ਗਿਆ ਹੈ। ਤੂੰ ਕਦੀ ਮੈਨੂੰ ਸਮਝ ਨਹੀਂ ਸਕੀ। ਕਿਸੇ ਨਾਲ ਗੱਲਬਾਤ ਕਰਨੀ, ਹਮਦਰਦੀ ਕਰਨੀ, ਕਿਸੇ ਦੀ ਸਮੱਸਿਆ ਸੁਣਨੀ ਆਸ਼ਕੀ ਨਹੀਂ ਹੁੰਦੀ। ਮੈਂ ਇੰਨਾ ਜਾਣਦੀ ਹਾਂ ਕਿ ਤੁਸੀਂ ਵਫਾਦਾਰ ਪਤੀ ਨਹੀਂ ਹੋ। ਵਫਾਦਾਰੀ ਸਾਬਤ ਕਰਨ ਲਈ ਕੀ ਕਰਨਾ ਪਵੇਗਾ? ਸਾਰੀ ਜ਼ਿੰਦਗੀ ਕੁਝ ਨਹੀਂ ਕੀਤਾ, ਹੁਣ ਕੀ ਕਰੋਗੇ? ਕੀ ਨਹੀਂ ਕੀਤਾ? ਤੁਸੀਂ ਹਮੇਸ਼ਾ ਮੇਰੇ ਨਾਲ ਧੋਖਾ ਕੀਤਾ ਹੈ। ਕਿਹੋ ਜਿਹਾ ਧੋਖਾ? ਤੁਹਾਡੀ ਜ਼ਿੰਦਗੀ ਵਿੱਚ ਮੇਰੇ ਤੋਂ ਸਿਵਾ ਹਮੇਸ਼ਾ ਕੋਈ ਨਾ ਕੋਈ ਦੂਸਰੀ ਇਸਤਰੀ ਰਹੀ ਹੈ। ਇਹ ਝੂਠ ਹੈ, ਤੇਰਾ ਵਹਿਮ ਹੈ। ਤੂੰ ਹਮੇਸ਼ਾ ਇਸ ਸ਼ੱਕ ਵਿੱਚ ਉਮਰ ਬਿਤਾ ਦਿੱਤੀ ਹੈ। ਮੇਰਾ ਸ਼ੱਕ ਠੀਕ ਹੈ, ਇਹ ਮੇਰਾ ਵਹਿਮ ਨਹੀਂ। ਵੇਖ ਆਨੰਦੀ, ਅਸੀਂ ਹੁਣ ਬਜ਼ੁਰਗ ਹੋ ਰਹੇ ਹਾਂ।
बेटी ब्याह दिती है, बेटे की शादी भी करनी है, हुण ते समझ करनी चाहिए है। फिर समझ क्यों नहीं करते? आनंदी ने उल्टा सवाल किया। वेख आनंदी, मैं संस्कारी बंदा हाँ, अपने धर्म ते असूलों का पाबंद हाँ। जो तू सोचती है इहो जिहा कुछ भी नहीं। तेरे भरोसे खातर मैं दरबार साहब जाके सौं चुक सकता हाँ कि मैं केवल ते केवल तैनू चाहुंदा हाँ, तेरे नाल प्यार करता हाँ। तेरे तो सवा कदी किसी औरत नाल मेरा सरीरक रिश्ता नहीं रहा। अगर तू पतिव्रता है तो मैं भी पत्नी व्रता हाँ। तुसी झूठ बोलते हो। मैं तुहानू अपनियां अखां नाल दूजियां औरतां नू गलवकड़ी विच लैंदियां कितनी वारी वेख्या है। कि वो सब झूठ है? हाँ, सब झूठ है। जिन्हां नू मैं गलवकड़ी विच लैंदा हाँ, उन्हां चों कोई मेरी मां वर्गी होवेगी, कोई बेटी भैन जां भरजाई होवेगी। मेरा सत्कार करदियां हन, मैनू प्यार करदियां हन। पर तेरी सोच गंदी है। तू हमेशा गलत ढंग नाल मेरे रिश्तिਆਂ ਨੂੰ ਵੇਖਦੀ है। मैं इस्त्री का सन्मान करता हाँ, आदर करता हाँ। औरत इस धरती ते मनुखता की जननी है, माँ है, भैन है, बेटी है ते पत्नी है। हर रूप विच वो मर्द की साथन है, मर्द की हमदर्द है। सिर्फ हवस वास्ते ते काम चेष्टा वास्ते इस्त्री नहीं बनी। इस शै नूं तू कदी नहीं समझती। तेरी समझ विच एक ही गल वसी हुई है कि मैं किसी औरत नूं मिलदा हाँ तां सिर्फ काम पूर्ति वास्ते। ये तेरी सोच का दिवालीआपन है। इस सोच तो तू उपर उठ ही नहीं सकी। बहुत बंदे काम ते वासना दे पुजारी होणगे, उन्हां दी बिरती इसे पासे हुंदी है। मर्द किसी भी उम्र का क्यों ना होवे, इस्त्री वाल उसकी खिच सुभाविक है। जिस औरत नूं वेखदा है उसके शरीर के हर अंग की कल्पना करता है। पर मैं अज तक कदी इहो जिहा नहीं सोचा। तू मेरी पत्नी है, तेरी हर लोड़ पूरी करनी मेरा फर्ज है। मैं कदी किसी दूसरी औरत नाल हम बिस्तर नहीं होया। मैं कल्पना विच जां सुपने विच भी किसी दूसरी औरत की सेज ते नहीं गया। मेरे सच्चे पातशाह गुरु गोबिंद सिंह जी का आदेश है, पर नारी की सेज पर सुपने हो न जायो। मैं इस आदेश का धारनी हाँ। तैनू यकीन नहीं तो ठीक है, नहीं तो इस उम्र विच भी तू अपना रस्ता वख कर सकती है। मेरे कोलों हुण बर्दाश्त नहीं हो सकता। कह के गुरसेवक शांत हो गया। उसनूं जापिया कि शायद आनंदी नूं कोई गल समझ पै गई होवे। वो आप उठ के रसोई विच गया ते फ्रिज विचों ठंडा पानी कढ़ के पीता ते फिर आके अपने बिस्तर ते बैठ गया चुपचाप। आनंदी भी सुन के चुप बैठी रही, हेठ नज़रां करके सोचती रही। उसनूं जापिया कि उसका पति शायद सच बोल रहा है। मैं एवें शक करती हाँ, अपने घर नूं बर्बाद करती रही हाँ। अगर गुरसेवक किते चला गया जां उसनूं घरों कढ दिता तां की होवेगा? सारे समाज विच हेठी हो जाएगी। साख रिश्तेदार की कहणगे? उसने सोच लिया कि वो अपने आप नूं सुधारेगी, पति ते शक नहीं करेगी। उसका पति ते देवता है। मेरे कर्म चंगे हन जिहड़ी कि मैं गुरसेवक की पत्नी बनी ते फिर उस घर विच शांति हो गई, जिवें सीज फायर हो गया होवे। कितना चिर इस सीज फायर रहेगा कुछ पता नहीं सी। फिलहाल घर का सुहिरद वातावरण हो गया। आनंदी ने हर गल ते बोलना जां टोकना छड्ड दिता ते गुरसेवक ने सुख दा साह लिया।